ਨਾਮ ਜਪਦਿਆਂ ਇਸ ਅਵਸਥਾ 'ਤੇ ਕਈ ਵਾਰੀ ਜੀਵ ਪਹੁੰਚਦਾ ਹੈ ਕਿ ਕਿਸੇ ਦੇ ਮਨ ਦੇ ਵਿੱਚ ਕੀ ਹੈ ਉਹ ਦੱਸ ਦਿੰਦਾ ਹੈ ਕਿ ਤੇਰੇ ਮਨ ਦੇ ਵਿੱਚ ਆ ਹੈ। ਨਾਮ ਜਪਦਿਆਂ ਹੋਇਆਂ ਇਸ ਅਵਸਥਾ 'ਤੇ ਵੀ ਪਹੁੰਚ ਜਾਂਦਾ ਹੈ ਕਿ ਜੋ ਉਹ ਮੁਖ ਤੋਂ ਕਹਿ ਦਿੰਦਾ ਹੈ, ਜ਼ੁਬਾਨ ਤੋਂ ਜਿਹੜੇ ਬਚਨ ਨਿਕਲਦੇ ਨੇ ਉਹ ਪੂਰੇ ਹੋ ਜਾਂਦੇ ਨੇ। ਇਸ ਤੋਂ ਅੱਗੇ ਫਿਰ ਸਿੱਧੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਅੰਦਰ ਫਰਮਾਨ ਕਰਦੇ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਰਿੱਧ ਸਿੱਧ ਪਿੱਛੇ ਲੱਗੀਆਂ ਫਿਰਹੇ, ਜੋ ਹਰ ਹਿਰਦੇ ਸਦਾ ਵਸਾਏ। ਲੋਕ ਸਿੱਧੀਆਂ ਨੂੰ ਤਰਸਦੇ ਨੇ ਤੇ ਸਿੱਧੀਆਂ ਨਾਮ ਜਪਣ ਵਾਲੇ ਨੂੰ ਤਰਸਦੀਆਂ ਨੇ। ਦੁਨੀਆ ਦੇ ਲੋਕ ਚਾਹੁੰਦੇ ਨੇ ਕਿ ਕਿਸੇ ਤਰ੍ਹਾਂ ਦੀ ਸਿੱਧੀ ਮਿਲ ਜਾਏ, ਕਰਾਮਾਤ ਮਿਲ ਜੇ, ਔਰ ਲੋਕ ਸਾਡੀ ਪੂਜਾ ਕਰਨ ਲੱਗ ਪੈਣ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਮਗਰ ਫਿਰਦੀਆਂ ਨੇ ਜਿਹੜੇ ਨਾਮ ਜਪਦੇ ਨੇ। ਭਗਤ ਕਬੀਰ ਸਾਹਿਬ ਜੀ, ਉਹਨਾਂ ਦਾ ਇੱਕ ਸ਼ਲੋਕ ਅਸੀਂ ਪੜ੍ਹਦੇ ਹਾਂ। ਉਹਦੇ 'ਚ ਭਗਤ ਕਬੀਰ ਸਾਹਿਬ ਕਹਿੰਦੇ ਨੇ, ਸਿੱਖ ਸਾਖਾ ਬਹੁਤੇ ਕੀਏ। ਸਿੱਖ ਦਾ ਮਤਲਬ ਚੇਲੇ, ਸੇਵਕ ਵੀ ਬਹੁਤ ਬਣਾ ਲਏ। ਸਿੱਖ ਸਾਖਾ ਤੇ ਮਿੱਤਰ ਵੀ ਬਹੁਤ ਬਣ ਗਏ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਪਰ ਅਸਲ ਦੇ ਵਿੱਚ ਜਿਹਨੂੰ ਮਿੱਤਰ ਬਣਾਉਣਾ ਸੀ ਉਹਨੂੰ ਮਿੱਤਰ ਨਹੀਂ ਬਣਾਇਆ। ਚੇਲੇ ਵੀ ਬਹੁਤ ਬਣਾਏ, ਮਿੱਤਰ ਦੁਨਿਆਵੀ ਵੀ ਬਹੁਤ ਬਣਾ ਲਏ। ਔਰ ਭਗਤ ਕਬੀਰ ਸਾਹਿਬ ਕਹਿੰਦੇ ਨੇ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਤੁਰੇ ਤਾਂ ਇਸ ਕਰਕੇ ਸੀ ਕਿ ਬੰਦਗੀ ਇਸ ਕਰਕੇ ਕਰਨੀ ਹੈ ਕਿ ਰੱਬ ਨੂੰ ਮਿਲ ਸਕੀਏ, ਜੀਵਨ ਸਫਲਾ ਹੋ ਜਾਏ, ਮਨ ਜੁੜ ਜੇ, ਜਨਮ ਮਰਨ ਦੀ ਖੇਡ ਖਤਮ ਹੋ ਜਾਏ, ਉਸ ਮਹਾ ਆਨੰਦ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਤੁਰੇ ਤਾਂ ਕਹਿੰਦੇ ਇਸ ਕਰਕੇ ਸੀ, ਚਾਲੇ ਥੇ ਹਰ ਮਿਲਨ ਕੋ। ਪਰ ਕਹਿੰਦੇ ਹੋਇਆ ਕਿ ਰਸਤੇ ਦੇ ਵਿੱਚ ਇੱਕ ਪੜਾਅ ਆ ਗਿਆ। ਉਸ ਪੜਾਅ ਨੂੰ ਕਹਿੰਦੇ ਨੇ ਅਚਰ ਹੈ। ਉਸ ਪੜਾਅ ਨੂੰ ਕਹਿੰਦੇ ਨੇ ਅਚਰ, ਜਿਹਨੂੰ ਖਾਧਿਆ ਨਹੀਂ ਜਾ ਸਕਦਾ। ਉਹ ਪੜਾਅ ਨੂੰ ਕਹਿੰਦੇ ਨੇ ਅਜ਼ਰ, ਜਿਹਨੂੰ ਜਰਿਆ ਨਹੀਂ ਜਾ ਸਕਦਾ। ਉਹ ਪੜਾਅ ਨੂੰ ਕਹਿੰਦੇ ਨੇ ਅਜਿੱਤ, ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਕਹਿੰਦੇ ਜਦੋਂ ਚਾਰ ਸਿੱਧੀਆਂ ਇਨਸਾਨ ਨੂੰ ਮਿਲਦੀਆਂ ਨੇ ਤੇ ਉਹ ਅਕਸਰ ਉੱਥੇ ਰੁਕ ਜਾਂਦੇ ਆ, ਤੇ ਇਹੀ ਸਿੱਧਾਂ ਦੇ ਨਾਲ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਸਿੱਧਾਂ ਦੇ ਕੋਲ ਇਸੇ ਹੀ ਕਰਕੇ ਗਏ, ਕਿਉਂਕਿ ਉਹ ਤੁਰੇ ਤਾਂ ਰੱਬ ਨੂੰ ਮਿਲਣ ਵਾਸਤੇ ਸੀ, ਪਰ ਜਦੋਂ ਰਿੱਧੀਆਂ ਤੇ ਸਿੱਧੀਆਂ ਪ੍ਰਾਪਤ ਹੋ ਗਈਆਂ, ਹੁਣ ਸਿੱਧ ਕੀ ਕਰਦੇ ਸੀ? ਕੋਈ ਖੰਭ ਲਾ ਕੇ ਉੱਡ ਲੈਂਦਾ ਸੀ, ਕੋਈ ਆਪਣੇ ਬੈਠਿਆਂ ਆਪਣੇ ਸਰੀਰ 'ਚੋਂ ਆਤਮਾ ਕੱਢ ਲੈਣੀ, ਕਿੰਨੇ ਦਿਨ ਬਾਹਰ ਘੁੰਮਦੇ ਰਹਿਣਾ, ਫਿਰ ਆਪਣੀ ਆਤਮਾ ਨੂੰ ਕਿਸੇ ਦੂਸਰੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਮਛਿੰਦਰ ਨਾਥ ਨੇ ਵੀ ਇਸੇ ਤਰ੍ਹਾਂ ਕੀਤਾ। ਇੱਕ ਰਾਜੇ ਦੇ ਸਰੀਰ, ਰਾਜੇ ਦੀ ਮੌਤ ਹੋਈ, ਮਛਿੰਦਰ ਨਾਥ ਨੂੰ ਪਤਾ ਲੱਗਿਆ ਕਿ ਫਲਾਨਾ ਰਾਜਾ ਮਰਿਆ ਹੈ। ਉਹਨੇ ਆਪਣੇ ਸਰੀਰ ਦੇ ਵਿੱਚੋਂ ਸਮਾਧੀ ਦੇ ਰਾਹੀਂ ਆਪਣੀ ਆਤਮਾ ਬਾਹਰ ਕੱਢੀ, ਉਸ ਰਾਜੇ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਲਈ। ਹੁਣ ਰਾਜਾ ਬਣ ਕੇ ਉਹ ਮਛਿੰਦਰ ਨਾਥ ਸੀ ਜਿਹੜਾ ਉਹਦੇ ਸੁੱਖ ਭੋਗਦਾ ਪਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਮਛਿੰਦਰ ਤੂੰ ਸੁਣ ਇਸ ਗੱਲ ਨੂੰ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਹ ਸਿੱਧੀਆਂ ਅਕਸਰ ਨਾਮ ਤੁਸੀਂ ਜਪਣਾ ਸ਼ੁਰੂ ਕਰੋ। ਜਿਉਂ ਨਾਮ ਜਪੋਗੇ ਤਿਉਂ ਪ੍ਰਮਾਤਮਾ ਦੀ ਬਰਕਤ, ਪ੍ਰਮਾਤਮਾ ਦੀ ਸਿੱਧੀਆਂ ਤੁਹਾਨੂੰ ਆਪਣੇ ਆਪ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਨਾਮ ਹੀ ਮੰਗੋ ਤਾਂ ਵੀ ਮਿਲ ਜਾਂਦੀਆਂ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਤੁਰੇ ਸੀ ਸਿੱਧ ਵੀ ਰੱਬ ਨੂੰ ਮਿਲਣ ਵਾਸਤੇ। ਕਬੀਰ ਸਾਹਿਬ ਵੀ ਕਹਿੰਦੇ ਨੇ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਚੀਤ ਮਨ ਵਿੱਚੇ ਕਿਉਂ ਅਟਕ ਗਿਆ? ਕਿਉਂਕਿ ਤਾਕਤ ਮਿਲ ਗਈ, ਅੰਦਰ ਕੋਈ ਖੂਬੀ ਪ੍ਰਗਟ ਹੋ ਗਈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਅਵਸਥਾ ਹੈ ਜਿਸ ਵੇਲੇ ਅੰਦਰ ਇਹ ਜਰਨ ਦੀ, ਜਾਂ ਕਹਿ ਲਓ ਕਿ ਜੀ ਇਹ ਤਾਂ ਪਰਮਾਤਮਾ ਦਾ ਇੱਕ ਨਾ ਬੜਾ ਉੱਤਮ ਭੋਜਨ ਹੈ, ਇਹਨੂੰ ਪਚਾਉਣ ਦੀ ਸ਼ਕਤੀ ਮਿਲ ਜੇ। ਹੁਣ ਅਕਸਰ ਲੋਕ ਇਹ ਗੱਲ ਨੂੰ ਕਹਿੰਦੇ ਨੇ ਕਿ ਜਿਹੜਾ ਸ਼ੇਰਨੀ ਦਾ ਦੁੱਧ ਆ ਉਹ ਕਿਸੇ ਆਮ ਭਾਂਡੇ ਵਿੱਚ ਨਹੀਂ ਟਿਕ ਸਕਦਾ, ਆਮ ਭਾਂਡੇ ਵਿੱਚ ਨਹੀਂ ਟਿਕੇਗਾ।
ਸੋਨੇ ਦਾ ਸੁੱਧ ਸੋਨੇ ਦਾ ਬਰਤਨ ਹੋਵੇ ਤੇ ਉਹਦੇ ਵਿੱਚ ਸ਼ੇਰਨੀ ਦਾ ਦੁੱਧ ਟਿਕਾਇਆ ਜਾ ਸਕਦਾ, ਨਹੀਂ ਤੇ ਕਿਸੇ ਹੋਰ ਭਾਂਡੇ 'ਚ ਟਿਕ ਨਹੀਂ ਸਕਦਾ। ਉਸੇ ਵੇਲੇ ਭਾਂਡੇ ਦੇ ਵਿੱਚ ਛੇਕ ਹੋ ਜਾਂਦੇ ਨੇ। ਹੁਣ ਜੇ ਉਹ ਆਮ ਭਾਂਡੇ ਦੇ ਵਿੱਚ ਨਹੀਂ ਟਿਕ ਸਕਦਾ ਤੇ ਕੋਈ ਆਮ ਇਨਸਾਨ ਵੀ ਉਹਨੂੰ ਪੀ ਨਹੀਂ ਸਕਦਾ। ਜੇ ਕੋਈ ਪੀਏਗਾ, ਜ਼ਿਆਦਾ ਮਾਤਰਾ 'ਚ ਪੀ ਲਏਗਾ ਤੇ ਹੋ ਸਕਦਾ ਹੈ ਉਹਦੀ ਮੌਤ ਵੀ ਉਸੇ ਵੇਲੇ ਹੋ ਜਾਵੇ। ਇਸ ਕਰਕੇ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜੇ ਕੋ ਖਾਵੇ ਜੇ ਕੋ ਭੁੰਚੈ ਤਿਸ ਕਾ ਹੋਏ ਉਠਾਵੇ। ਕੁਝ ਚੀਜ਼ਾਂ ਖਾਧੀਆਂ ਤੇ ਜਾਂਦੀਆਂ ਨੇ, ਪਰ ਖਾਣੀਆਂ ਹੀ ਇਕੱਲੀਆਂ ਜ਼ਰੂਰੀ ਨਹੀਂ ਹੁੰਦੀਆਂ, ਉਹਨਾਂ ਨੂੰ ਪਚਾਉਣਾ ਜ਼ਰੂਰੀ ਹੁੰਦਾ ਹੈ ਕਿ ਅੰਦਰ ਪਚਣ। ਬਹੁਤ ਸਾਰੇ ਮੈਂ ਐਸੇ ਰੋਗੀ ਵੀ ਦੇਖੇ ਨੇ। ਖੰਡਵਾ ਦੇ ਲਾਗੇ ਇੱਕ ਛੋਟਾ ਜਿਹਾ ਨਗਰ ਹੈ, ਸਿੱਖਾਂ ਦੀ ਆਬਾਦੀ 50 ਕੁ ਘਰ ਨੇ ਸਿੱਖਾਂ ਦੇ, ਝਿਰਨੀਆਂ। ਉੱਥੇ ਇੱਕ ਮਾਤਾ ਸੀ। ਹੁਣ ਉਹਨਾਂ ਦੇ ਅੰਦਰ ਇਹ ਰੋਗ ਸੀ ਕਿ ਉਹ ਖਾਂਦੇ ਸੀ ਜੋ ਕੁਝ ਉਹਨਾਂ ਦੇ ਸਰੀਰ ਨੂੰ ਲੱਗਦਾ ਨਹੀਂ ਸੀ। ਭੁੱਖ ਲੱਗਦੀ ਸੀ, ਰੋਟੀ ਖਾਂਦੇ ਸੀ, ਸਭ ਕੁਝ ਖਾਂਦੇ ਸੀ, ਪਰ ਉਹਨਾਂ ਦੇ ਸਰੀਰ ਦੇ ਵਿੱਚ ਭੋਜਨ ਜਾ ਕੇ ਖੂਨ ਨਹੀਂ ਸੀ ਬਣ ਪਾਉਂਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਦੇਖੇ ਨੇ, ਪੰਜਾਬ ਤੋਂ ਬਾਹਰ ਤੇ ਬਹੁਤ ਸਾਰੇ ਦੇਖੇ। ਹੁਣ ਇਹ ਭੋਜਨ ਅਸਲ ਦੇ ਵਿੱਚ ਖਾ ਲੈਣਾ ਤੇ ਖਾ ਕੇ ਪਚ ਕੇ ਤੇ ਉਹ ਸਰੀਰ ਦਾ ਹਿੱਸਾ ਬਣ ਜੇ, ਉਹ ਅਸਲ 'ਚ ਭੋਜਨ ਖਾਧਾ ਜਿਹੜਾ ਹੈ ਉਹ ਸਹੀ ਹੈ। ਨਹੀਂ ਤੇ ਉਹ ਭੋਜਨ ਜਿਉਂ ਖਾਧਾ ਤੇ ਤਿਉਂ ਹੀ ਚਲੇ ਗਿਆ ਤੇ ਉਹਦਾ ਕੋਈ ਲਾਭ ਨਹੀਂ। ਨਾਮ ਵੀ ਇਸੇ ਤਰ੍ਹਾਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਕੋ ਖਾਵੈ ਜੇ ਕੋ ਪੁੰਚੈ। ਖਾ ਲਿਆ, ਜਪ ਲਿਆ, ਅਸੀਂ ਸਾਰਿਆਂ ਨੇ ਕਹਿ ਦਿੱਤਾ ਕਿ ਵਾਹਿਗੁਰੂ ਜਪੋ, ਪਰ ਜਿਸ ਦਿਨ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਅੰਦਰ ਥੋੜ੍ਹੀ ਜਿਹੀ ਪ੍ਰਮਾਤਮਾ ਦੀ ਕਿਰਪਾ ਵਰਤਣ ਲੱਗ ਪੈਂਦੀ, ਥੋੜ੍ਹਾ ਜਿਹਾ ਰਸ ਆਉਂਦਾ ਹੈ, ਜਾਂ ਕਈ ਵਾਰੀ ਕਿਸੇ ਨਾਮ ਜਪਦੇ ਹੋਏ ਨੇ ਕਹਿ ਦਿੱਤਾ ਕਿ ਕੋਈ ਵੀ ਕਿਸੇ ਨੂੰ ਬਚਨ ਕਹਿ ਦਿੱਤਾ, ਉਹ ਪੂਰਾ ਹੋ ਗਿਆ, ਮਨ ਦੇ ਵਿੱਚ ਫਿਰ ਫੁਰਨੇ ਆਉਣ ਲੱਗ ਪੈਂਦੇ ਨੇ, ਮੇਰੇ ਬਚਨ ਪੂਰੇ ਹੋਣ ਲੱਗ ਪਏ। ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਕਰਾਮਾਤ ਮਿਲਦੀ ਹੈ ਨਾ ਨਾਮ ਜਪਦਿਆਂ ਹੋਇਆ, ਉਹ ਮਿਲਦੀ ਆ ਵਾਕ ਸਿੱਧੀ। ਸਭ ਤੋਂ ਪਹਿਲੀ ਕਰਾਮਾਤ ਹੁੰਦੀ ਵਾਕ ਸਿੱਧੀ। ਕਿਉਂਕਿ ਨਾਮ ਜਦੋਂ ਜੀਭ 'ਤੇ ਵਸਦਾ ਹੈ ਤੇ ਉਸ ਜੀਭ ਰਾਹੀਂ ਜੋ ਵੀ ਬਚਨ ਕਹੇ ਜਾਣ ਉਹ ਪੂਰੇ ਹੋ ਜਾਂਦੇ ਨੇ। ਵਾਕ ਸਿੱਧੀ ਉਹਨੂੰ ਕਹਿੰਦੇ ਨੇ। ਇਸ ਕਰਕੇ ਕਹਿੰਦੇ ਵਿਦਵਾਨ ਸਿਆਣੇ ਕਹਿੰਦੇ ਨੇ ਕਿ ਜਿਹੜਾ ਨਾਮ ਜਪਦਾ ਹੈ ਉਹ ਇਸ ਗੱਲ ਦੇ ਉੱਪਰ ਬਿਲਕੁਲ ਧਿਆਨ ਰੱਖੇ ਕਿ ਬਹੁਤਾ ਬੋਲੇ ਨਾ। ਬੋਲਣ ਦੇ ਉੱਪਰ ਜਿਹੜਾ ਆਪਣੇ ਆਪ 'ਤੇ ਕੰਟਰੋਲ ਰੱਖਣਾ ਸ਼ੁਰੂ ਕਰ ਦੇ। ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਤੇ ਪ੍ਰਿੰਸੀਪਲ ਗੰਗਾ ਸਿੰਘ, ਉਹ ਇੱਕ ਨਗਰ ਦੇ ਵਿੱਚ ਇਕੱਠੇ ਕਥਾ ਕਰਦੇ ਪਏ ਸੀ। ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿੰਦੇ ਅਸੀਂ ਸਵੇਰੇ ਗਏ, ਇਹਦੀ ਨੌਜਵਾਨ ਉਮਰ ਸੀ, ਕਹਿੰਦੇ ਬਾਹਰ ਟਹਿਲਦੇ ਪਏ ਸਾਂ। ਕਥਾ ਤੋਂ ਬਾਅਦ ਵਿੱਚ ਇੱਕ ਛੋਟੀ ਜਿਹੀ ਨਦੀ ਜੀ ਵਗਦੀ ਸੀ, ਕਹਿੰਦੇ ਉਹਦੇ ਕੰਢੇ 'ਤੇ ਟਹਿਲਦੇ ਪਏ ਸੀ। ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਪੁੱਛਿਆ, ਕਹਿਣ ਲੱਗੇ ਪ੍ਰਿੰਸੀਪਲ ਸਾਹਿਬ ਤੁਸੀਂ ਕਥਾ ਤਾਂ ਕਮਾਲ ਕਰਦੇ ਹੋ, ਇਹਦੇ ਵਿੱਚ ਸ਼ੱਕ ਕੋਈ ਨਹੀਂ, ਉਦਾਹਰਨਾਂ ਤੁਹਾਡੀਆਂ, ਤੁਹਾਡੀ ਤਸ਼ਬੀਹ, ਤੁਹਾਡੀ ਫਲਸਫਾ, ਤੁਹਾਡੀ ਫਿਲਾਸਫੀ ਬਹੁਤ ਉੱਤਮ ਦਰਜੇ ਦੀ, ਪਰ ਮੈਂ ਇੱਕ ਸਵਾਲ ਪੁੱਛਾਂ? ਕਹਿੰਦੇ ਪੁੱਛੋ। ਕਹਿਣ ਲੱਗੇ ਮਨ ਦੀ ਅਵਸਥਾ ਕੀ ਹੈ? ਹੁਣ ਮਨ ਦੀ ਅਵਸਥਾ ਕਿਸੇ ਦੀ ਕੀ ਹੈ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ, ਔਰ ਸੱਚੀ ਮੁੱਚੀ ਕਿਸੇ ਦੇ ਮਨ ਦੀ ਅਵਸਥਾ ਕਿਸੇ ਨੂੰ ਪੁੱਛਣੀ ਵੀ ਨਹੀਂ ਚਾਹੀਦੀ। ਪ੍ਰਿੰਸੀਪਲ ਗੰਗਾ ਸਿੰਘ ਨੇ ਕਿਹਾ ਸੀ ਉਸ ਦਿਨ, ਕਹਿੰਦੇ ਬੇਟਾ ਛੋਟੇ ਸਨ ਉਮਰ 'ਚੋਂ ਬਜ਼ੁਰਗ ਸੀ ਪ੍ਰਿੰਸੀਪਲ ਗੰਗਾ ਸਿੰਘ ਮਸਕੀਨ ਜੀ ਨੂੰ, ਕਹਿੰਦੇ ਬੇਟਾ ਕਿਸੇ ਦੇ ਮਨ ਦੀ ਅਵਸਥਾ ਪੁੱਛੀ ਦੀ ਨਹੀਂ, ਪਰ ਜੇ ਤੂੰ ਪੁੱਛ ਲਿਆ ਹੈ ਤਾਂ ਮੈਂ ਤੈਨੂੰ ਦੱਸ ਦੇਣਾ, ਪਰ ਅੱਗੇ ਤੋਂ ਕਿਸੇ ਦੀ ਮਨ ਦੀ ਅਵਸਥਾ ਨਾ ਪੁੱਛੀ। ਉਹਨਾਂ ਨੇ ਫਿਰ ਕਹਿੰਦੇ ਇੱਕ ਮੈਂ ਤੈਨੂੰ ਰਬਾਈ ਸੁਣਾਉਣਾ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਬਹੁਤ ਸੋਹਣਾ ਸੀ। ਉਹਨਾਂ ਨੇ ਉਹ ਰਬਾਈ ਸੁਣਾਈ। ਕਹਿਣ ਲੱਗੇ ਦਿਲ ਸਾਗਰ ਦੇ ਵਾਂਗਰ ਸੀ, ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾ ਦਾਤੇ ਨੇ ਕੜਿਆ। ਦਿਲ ਤਾਂ ਅਸਲ ਦੇ ਵਿੱਚ ਸਾਗਰ ਦੇ ਵਾਂਗ ਡੂੰਘਾ ਸੀ ਤੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ, ਇਹਦੇ ਵਿੱਚ ਗਿਆਨ ਦੇ ਮੋਤੀ ਪਾ ਦਿੱਤੇ, ਇਹਦੇ ਵਿੱਚ ਵਿਚਾਰ ਦੇ ਮੋਤੀ ਪਾ ਦਿੱਤੇ। ਦਿਲ ਸਾਗਰ ਦੇ ਵਾਂਗਰ ਸੀ, ਅਤ ਡੂੰਘਾ ਅੜਿਆ, ਗਿਆਨ ਵਿਚਾਰ ਸਿਦਕ ਦੇ ਮੋਤੀ ਪਾ ਦਾਤੇ ਨੇ ਘੜਿਆ। ਪਰ ਮੇਰੀ ਮਤ ਕੁਪੱਤੀ ਨੇ ਸਭ ਬਾਹਰ ਲੁਟਾਇਆ, ਜਬ ਤਪ ਦੀ ਖੱਟੀ ਨਾ ਖੱਟੀ ਫਿਰ ਖਾਲੀ ਜਾ ਦਰ ਖੜਿਆ। ਕਹਿੰਦੇ ਬੋਲਣ ਵਾਲਾ ਬੁਲਾਰਾ, ਗਿਆਨ ਬਹੁਤ ਇਕੱਠਾ ਕਰਨਾ ਪੈਂਦਾ ਹੈ, ਬਹੁਤ ਪੜ੍ਹਨਾ ਪੈਂਦਾ। ਕਿਸੇ ਇੱਕ ਸਬਜੈਕਟ ਇੱਕ ਵਿਸ਼ੇ 'ਤੇ ਬੋਲਣਾ ਹੋਵੇ ਤਾਂ ਕਈ ਕਿਤਾਬਾਂ ਦਾ ਗਿਆਨ ਹੋਣਾ ਚਾਹੀਦਾ ਹੈ।
ਹੁਣ ਉਸ ਗਿਆਨ ਨੂੰ ਬਾਹਰ ਤਾਂ ਬਹੁਤ ਵਰਤਾ ਦਿੱਤਾ, ਕਹਿ ਤੇ ਬਹੁਤ ਦਿੱਤਾ, ਸੁਣਾ ਤੇ ਬਹੁਤ ਦਿੱਤਾ, ਪਰ ਕਹਿੰਦੇ ਅਸਲ ਦੇ ਵਿੱਚ ਜਪ ਤਪ ਦੀ ਖੱਟੀ ਨਾ ਖੱਟੀ, ਫਿਰ ਖਾਲੀ ਜਾਦਰ ਖੜਿਆ। ਜੋ ਕੁਛ ਸੀ ਉਹ ਬਾਹਰ ਹੀ ਲੁਟਾ ਦਿੱਤਾ, ਬਾਹਰ ਹੀ ਵੰਡ ਦਿੱਤਾ, ਆਪ ਫਿਰ ਖਾਲੀ ਹੋ ਕੇ ਉਸ ਪਰਮਾਤਮਾ ਦੇ ਦਰ 'ਤੇ ਜਾ ਕੇ ਖੜਾ ਹੋ ਗਿਆ। ਕਹਿੰਦੇ ਇਸ ਤੋਂ ਜ਼ਿਆਦਾ ਨਾ ਪੁੱਛੀ, ਤੂੰ ਖੁਦ ਬਾ ਮੁਨਸ਼ਦ ਸ਼ੁੱਧ। ਸ਼ੇਖ ਸਾਦੀ ਕਹਿੰਦੇ ਨੇ ਆਪਣੇ ਮਨ ਦੀ ਅਵਸਥਾ ਦਾ ਸਭ ਨੂੰ ਪਤਾ ਹੁੰਦਾ ਹੈ ਕਿ ਅਸੀਂ ਕੀ ਆ, ਸਾਡੇ ਮਨ ਦੇ ਵਿੱਚ ਫੁਰਨੇ ਕਿਵੇਂ ਦੇ ਚੱਲਦੇ ਨੇ। ਸੰਗਤ ਦੇ ਵਿੱਚ ਬੈਠਿਆਂ ਗੁਰੂ ਚੇਤੇ ਆਉਂਦਾ ਹੈ ਕਿ ਰਾਮ ਚੇਤੇ ਆਉਂਦਾ ਹੈ ਕਿ ਕਾਮ ਚੇਤੇ ਆਉਂਦਾ ਹੈ। ਸੰਗਤ ਵਿੱਚ ਬੈਠਿਆਂ ਲੋਭ ਚੇਤੇ ਆਉਂਦਾ ਹੈ ਕਿ ਰੱਬ ਚੇਤੇ ਆਉਂਦਾ ਪਿਆ। ਇਹ ਸਭ ਨੂੰ ਪਤਾ ਹੁੰਦਾ ਹੈ ਆਪਣੇ ਮਨ ਦਾ। ਲਾਗੇ ਬੈਠੇ ਨੂੰ ਵੀ ਨਹੀਂ ਪਤਾ ਹੋਏਗਾ ਕਿ ਮੇਰੇ ਮਨ 'ਚ ਜੋ ਚੱਲਦਾ ਤੁਹਾਨੂੰ ਨਹੀਂ ਪਤਾ ਹੋਏਗਾ, ਤੁਹਾਡੇ ਮਨ 'ਚ ਕੀ ਚੱਲਦਾ ਹੈ ਉਹ ਮੈਨੂੰ ਪਤਾ ਨਹੀਂ ਹੋ ਸਕਦਾ। ਪਰ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਈ ਵਾਰੀ ਨਾਮ ਜਪਦਿਆਂ ਜਪਦਿਆਂ ਅੰਦਰਲੇ ਫੁਰਨੇ ਇਹ ਦੱਸਣਾ ਸ਼ੁਰੂ ਕਰ ਦਿੰਦੇ ਨੇ ਕਿ ਕਿਸੇ ਦੇ ਮਨ ਦੇ ਵਿੱਚ ਕੀ ਹੈ। ਐਸੀਆਂ ਅਵਸਥਾ ਦੇ ਉੱਤੇ ਜੀਵ ਜਦੋਂ ਪਹੁੰਚਦਾ ਹੈ ਉਹਨੂੰ ਕਹਿੰਦੇ ਨੇ ਕਿ ਇਹ ਅਜਰ ਜਿਹੜਾ ਹੈ ਉਸ ਅਵਸਥਾ 'ਤੇ ਪਹੁੰਚ ਗਿਆ। ਹੁਣ ਸਾਰਿਆਂ ਦੇ ਅੰਦਰ ਇਹ ਕਿਰਪਾ ਨਹੀਂ ਵਰਤਦੀ ਕਿ ਅਜਰ ਚੀਜ਼ ਨੂੰ ਜਰਨਾ ਸਿੱਖ ਜਾਣ, ਉਹਨੂੰ ਅਨੁਭਵ ਕਰਨਾ, ਉਹਨੂੰ ਮਹਿਸੂਸ ਕਰਨਾ ਤੇ ਉਹਨੂੰ ਅੰਦਰ ਟਿਕਾ ਲੈਣਾ, ਰੌਲਾ ਨਾ ਪਾਉਣਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇਕਰ ਕੋਈ ਇਸ ਅਜਰ ਨੂੰ ਜਰਨ ਲੱਗ ਪਏ, ਇਸ ਅਚਰ ਨੂੰ ਚਰਨ ਲੱਗ ਪਏ, ਇਸ ਨਾ ਖਾਧੇ ਜਾਣ ਵਾਲੇ ਨੂੰ ਖਾਣ ਲੱਗ ਪਏ, ਇਸ ਨਾ ਜਿੱਤੇ ਜਾਣ ਵਾਲੇ ਨੂੰ ਜਿੱਤ ਲਵੇ, ਤੇ ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ ਅਚਰ ਚਰਿਤਾ ਸਿੱਧ ਹੋਈ। ਇੱਥੇ ਸਿੱਧ ਦੇ ਅਰਥ ਨੇ ਕਿ ਅੰਦਰ ਉਹਦਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ। ਅੰਤਿਸ਼ਕਰਨ, ਅੰਦਰ ਦੀ ਮੈਲ ਲੱਥਣੀ ਸ਼ੁਰੂ ਹੋ ਗਈ, ਅੰਦਰ ਸ਼ੁੱਧ ਹੋ ਗਿਆ ਤਾਂ ਸਿੱਧ ਹੋਈ। ਫਿਰ ਕਹਿੰਦੇ ਨੇ ਸਿੱਧੀ ਤੇ ਬੁੱਧ ਪਾਈ। ਸਿੱਧੀ ਤੋਂ ਬਾਅਦ ਵਿੱਚ ਬੁੱਧੀ ਪ੍ਰਾਪਤ ਹੁੰਦੀ ਆ। ਉਹ ਬੁੱਧੀ ਆਹ ਬੁੱਧੀ ਨਹੀਂ ਕਿ ਦੁਨੀਆ ਦਾ ਗਿਆਨ, ਕਿ ਪੈਸੇ ਕਿਵੇਂ ਇਕੱਠੇ ਕਰਨੇ ਆ, ਵਿਆਜ ਕਿਵੇਂ ਲੈਣਾ, ਪ੍ਰਾਪਰਟੀ ਕਿਵੇਂ ਬਣਾਉਣੀ ਆ, ਕਬਜ਼ਾ ਕਿਵੇਂ ਕਰਨਾ, ਇਹ ਗਿਆਨ ਨਹੀਂ। ਕਿਸੇ ਨੂੰ ਧੋਖੇ ਦੇ ਵਿੱਚ ਫਸਾ ਕਿਵੇਂ ਦੇਣਾ, ਇਸ ਤਰ੍ਹਾਂ ਦਾ ਗਿਆਨ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਿੱਧੀ ਤੇ ਬੁੱਧ ਪਾਈ। ਜਿਸ ਵੇਲੇ ਅੰਦਰ ਸ਼ੁੱਧ ਹੋਣਾ ਸ਼ੁਰੂ ਹੁੰਦਾ ਹੈ, ਅੰਤਿਸ਼ਕਰਨ ਨਿਰਮਲ ਹੁੰਦਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਫਿਰ ਵਿਵੇਕ ਬੁੱਧ ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਉਹ ਨਿਰਮਲ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਹੁੰਦਾ ਕਿਵੇਂ ਆ, ਕਹਿੰਦੇ ਨੇ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਏ। ਕਹਿੰਦੇ ਨੇ ਸਰ ਕਹਿੰਦੇ ਆ ਤੀਰਾਂ ਨੂੰ। ਵਿਦਵਾਨ ਅਕਸਰ ਇਹ ਗੱਲ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਦੋਂ ਤੁਹਾਡੇ ਸਾਹਮਣੇ ਕੋਈ ਵੀ ਵੱਡੇ ਤੋਂ ਵੱਡਾ ਭਾਵੇਂ ਪਾਪੀ ਆਇਆ, ਭਾਵੇਂ ਹੰਕਾਰੀ ਆਇਆ, ਤੁਸੀਂ ਇੱਕ ਹੀ ਤੀਰ ਮਾਰਦੇ ਸੀ ਸ਼ਬਦ ਦਾ, ਉਹ ਡਿੱਗ ਪੈਂਦਾ ਸੀ। ਸੱਜਣ ਠੱਗ ਨੂੰ ਕਿੰਨੇ ਕੁ ਤੀਰ ਸਤਿਗੁਰੂ ਮਹਾਰਾਜ ਨੇ ਮਾਰੇ, ਇੱਕੋ ਹੀ ਮਾਰਿਆ, ਉੱਜਲ ਕਹਿਣਾ ਚਿਲਕਣਾ। ਨਰੰਗੇ ਨੂਰੀ ਨੂੰ ਇੱਕੋ ਹੀ ਮਾਰਿਆ ਤੀਰ, ਜੀਉ ਤਪਤ ਹੈ ਬਾਰੋ ਬਾਰ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਹਾਂ ਦਿਡ ਕੋਟ ਤਹਾਂ ਕਰਾਮਾਤ ਤੋਪ ਸੰਗ ਢਾਹੇ ਕੇ ਮੈਦਾਨ ਦੀਨ ਮਿਲੇ ਅਰਹਾਰੀਆ। ਭਾਈ ਸੰਤੋਖ ਸਿੰਘ ਜੀ ਉਹ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਿਸ ਵੇਲੇ ਤੁਸੀਂ ਚੱਲਦੇ ਹੋ ਨਾ, ਤੇ ਤੁਹਾਡੇ ਅੱਗੇ ਧਰਮ ਦਾ ਝੰਡਾ ਚੱਲਦਾ ਹੈ। ਬੇਦੀ ਕੋ ਲਕੇਤ ਦਲ ਚਲੇ ਦਲ ਦਲ ਬੇ ਕੋ ਦਲਨ ਬਿਤਾਰੀਆ। ਭਗਤ ਕੀ ਕੀਟ ਪਟ ਪ੍ਰੇਮ ਕੇ ਸਮੇਤ ਕਰ ਟਾਹੇ ਕੇ ਮੈਦਾਨ ਦੀਨ ਮਿਲੇ ਅਰਹਾਰੀਆ। ਕਹਿੰਦੇ ਤੁਹਾਡੇ ਕੋਲ ਸ਼ਬਦਾਂ ਦੀ ਤੀਰ ਨੇ, ਤੁਹਾਡੇ ਕੋਲ ਸਿੱਧੀ ਦੀ ਕਰਾਮਾਤ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ, ਪ੍ਰੇਮ ਕੇ ਸਰ ਲਾਗੇ ਤਨ ਪੀਤਰ। ਪ੍ਰੇਮ ਦਾ ਤੀਰ ਜਦੋਂ ਕਹਿੰਦੇ ਕਿਸੇ ਦੇ ਅੰਦਰ ਵੱਜਦਾ ਹੈ ਨਾ, ਗੁਰੂ ਦੇ ਪ੍ਰੇਮ ਦਾ, ਤੇ ਇਹ ਤੀਰ ਪਤਾ ਇਹਨੂੰ ਕਹਿੰਦੇ ਨੇ ਅਨਿਆਲੇ ਤੀਰ। ਅਨਿਆਲੇ ਤੀਰ ਦਾ ਅਰਥ ਹੁੰਦਾ ਕਿ ਜਿਹੜੇ ਮੁੜੇ ਹੋਏ ਹੋਣ, ਪਿੱਛੋਂ ਮੁੜੇ ਹੁੰਦੇ ਨੇ, ਗੋਲ ਹੁੰਦੇ ਨੇ, ਸਿੱਧੇ ਤੀਰ ਨਹੀਂ ਹੋਣਗੇ। ਜਿਹੜਾ ਸਿੱਧਾ ਤੀਰ ਹੋਏਗਾ ਉਹਨੂੰ ਖਿੱਚਿਆ ਜਾ ਸਕਦਾ ਹੈ ਬਾਹਰ। ਜਿਹੜਾ ਅਨਿਆਲਾ ਤੀਰ ਹੁੰਦਾ ਹੈ ਉਹ ਕੁੰਡਲੀਦਾਰ ਹੁੰਦਾ ਹੈ, ਉਹ ਵੱਜ ਤੇ ਜਾਂਦਾ, ਉਹਨੂੰ ਖਿੱਚਿਆ ਨਹੀਂ ਜਾ ਸਕਦਾ, ਉਹ ਅੱਗੇ ਨੂੰ ਤੇ ਜਾ ਸਕਦਾ, ਪਿਛਾਂਹ ਨਹੀਂ ਆ ਸਕਦਾ। ਸਤਿਗੁਰੂ ਮਹਾਰਾਜ ਪਾਤਸ਼ਾਹ ਤੁਹਾਡੇ ਪ੍ਰੇਮ ਦੇ ਤੀਰ ਅਨਿਆਲੇ ਤੀਰ ਨੇ। ਪ੍ਰੇਮ ਕੇ ਸਰ ਲਾਗੇ ਤਨ ਭੀਤਰ। ਹੁਣ ਕਹਿੰਦੇ ਇਸ ਅੰਦਰ ਮਨ ਦੇ ਅੰਦਰ ਲੱਗੇ, ਇਸ ਸਰੀਰ ਦੇ ਅੰਦਰ ਲੱਗੇ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤਾਂ ਭਰਮ ਕਾਟਿਆ ਜਾਏ। ਤੇ ਕਹਿੰਦੇ ਜਦੋਂ ਤੁਹਾਡੇ ਪ੍ਰੇਮ ਦਾ ਤੀਰ ਵੱਜਿਆ, ਸਤਿਗੁਰੂ ਮਹਾਰਾਜ ਅੰਦਰੋਂ ਭਰਮ ਦਾ ਨਾਸ਼ ਹੋ ਗਿਆ, ਭਰਮ ਡਿੱਗ ਪਿਆ, ਖਤਮ ਹੋ ਗਿਆ।
सतगुरु महाराज अगे कहते ने रहाऊ दीयां पंक्तियां ने, मेरे गोबिंद अपने जन को देह वडियाई। ਇਹ ਅਸਲ ਦੇ ਵਿੱਚ ਪਰਮਾਤਮਾ ਦਾ ਨਾ ਬਿਰਦ ਆ। ਸ਼ੁਰੂਆਤ ਤੋਂ ਜਿਸ ਦਿਨ ਤੋਂ ਇਹ ਦੁਨੀਆ ਦੀ ਆਰੰਭਤਾ ਹੋਈ, ਜਿਸ ਦਿਨ ਤੋਂ ਭਗਤੀ ਕਾਲ ਦਾ ਆਰੰਭ ਹੋਇਆ, ਜਿਉਂ-ਜਿਉਂ ਭਗਤ ਕਰਦੇ ਨੇ ਤਿਉਂ-ਤਿਉਂ ਉਹ ਭਗਤਾਂ ਨੂੰ ਆਪਣੇ ਭਗਤਾਂ ਦੀ ਵਡਿਆਈ ਕਰਾਉਂਦਾ ਹੈ ਜਗਤ ਦੇ ਵਿੱਚ। ਸਤਿਯੁਗ ਦੇ ਵਿੱਚ ਧਰੂ ਵਰਗੇ, ਪ੍ਰਹਿਲਾਦ ਵਰਗੇ ਭਗਤ ਹੋਏ। ਪ੍ਰਹਿਲਾਦ ਵਰਗਿਆਂ ਨੂੰ ਬਚਾਉਣ ਵਾਸਤੇ ਨਰਸਿੰਘ ਦਾ ਅਵਤਾਰ ਧਾਰਨ ਕੀਤਾ ਤੇ ਥੰਮ ਦੇ ਵਿੱਚੋਂ ਬਾਹਰ ਨਿਕਲ ਕੇ ਹਰਨਾਕਸ਼ ਨੂੰ ਮਾਰ ਦਿੱਤਾ। ਗੁਰੂ ਰਾਮਦਾਸ ਮਹਾਰਾਜ ਦੇ ਰੋਜ਼ ਅਸੀਂ ਬਚਨ ਪੜ੍ਹਦੇ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਤੋਂ ਹੀ ਰੱਖਦਾ ਪਿਆ ਹੈ ਤੇ ਪ੍ਰਹਿਲਾਦ ਵਰਗਿਆਂ ਨੂੰ ਰੱਖਿਆ। ਫਿਰ ਜੇ ਸਤਿਯੁਗ ਦੀ ਗੱਲ ਕਰਦੇ ਹਾਂ, ਫਿਰ ਕਲਯੁਗ ਦੀ ਗੱਲ ਕਰਦੇ ਹਾਂ, ਤੇ ਕਲਯੁਗ ਦੇ ਵਿੱਚ ਨਾਮਦੇਵ ਨੂੰ ਦੇਖੋ, ਉਹ ਕਹਿੰਦੇ ਸੀ ਜਾਂ ਤੇ ਮਰੀ ਗਾਂ ਜਵਾ ਦੇ, ਨਹੀਂ ਤਾਂ ਤੈਨੂੰ ਖਤਮ ਕਰ ਦਾਂਗੇ। ਪਰਮਾਤਮਾ ਨੇ ਮਰੀ ਗਾਂ ਵੀ ਜਿੰਦਾ ਕਰਤੀ, ਭਗਤ ਦੀ ਵਡਿਆਈ ਦਿੱਤੀ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਉਹ ਆਪਣੇ ਸੇਵਕਾਂ ਦੀ ਵਡਿਆਈ ਜਗਤ ਵਿੱਚ ਕਰਾਉਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਨੇ, ਮਾਤਾ ਗੰਗਾ ਜੀ ਸਤਿਗੁਰੂ ਮਹਾਰਾਜ ਘਰ ਦੇ ਵਿੱਚ ਔਲਾਦ ਨਹੀਂ, ਤੁਸੀਂ ਲੋਕਾਂ ਨੂੰ ਤੇ ਦਾਤਾਂ ਦੇਈ ਜਾਂਦੇ ਹੋ, ਸਤਿਗੁਰੂ ਮਹਾਰਾਜ ਕਿਰਪਾ ਕਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ, ਮੈਂ ਨਹੀਂ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਜਾਓ, ਉਹ ਇੰਦਰੀਜਿਤ ਸਿੱਖ ਨੇ, ਆਦਿ ਸਿੱਖ ਨੇ, ਗੁਰੂ ਨਾਨਕ ਤੋਂ ਸਿੱਖੀ ਕਮਾਈ ਹੈ, ਉਹਨਾਂ ਨੂੰ ਕਹੋ ਕਿ ਜਾ ਕੇ ਅਰਦਾਸ ਕਰੇ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਦੋਂ ਮਾਤ ਗੰਗਾ ਜੀ ਗਏ ਸਨ, ਉਹਨਾਂ ਨੇ ਕਿਹਾ ਸਾਈਂ ਜੀ, ਸਾਈਂ ਵਾਲਿਓ ਤੁਹਾਡੀ ਪਹੁੰਚ ਗੁਰੂ ਨਾਨਕ ਦੇ ਘਰ ਦੇ ਵਿੱਚ ਆ, ਅਰਦਾਸ ਕਰੋ ਘਰ ਦੇ ਵਿੱਚ ਪੁੱਤਰ ਹੋਵੇ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਤਾਂ ਹਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਮੱਝਾਂ ਚਾਰਨ ਵਾਲਾ, ਮੇਰੀ ਕਿਹੜਾ ਕਹਿੰਦੇ ਇੰਨੀ ਔਕਾਤ ਕਿੱਥੇ, ਪਰ ਕਹਿੰਦੇ ਇਹ ਤਾਂ ਸਭ ਕੁਝ ਦੇਣ ਵਾਲਾ ਤੇ ਉਹ ਤੁਹਾਡੇ ਕੋਲ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਬੈਠਾ ਹੋਇਆ, ਕੇਵਲ ਮੈਨੂੰ ਵਡਿਆਈ ਦਿੰਦਾ ਪਿਆ ਹੈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ। ਭਾਈ ਮੰਝ ਸਨ, ਹੁਸ਼ਿਆਰਪੁਰ ਦੇ ਇਲਾਕੇ ਮੰਝ ਕੀ ਦੇ ਰਹਿਣ ਵਾਲੇ, ਕੰਗਮਾਈ ਦੇ ਭਾਈ ਤੀਰਥਾ ਉਹਨਾਂ ਦਾ ਨਾਂ ਸੀ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਉਹਨਾਂ ਨੂੰ ਵਡਿਆਈ ਦਿੰਦੇ ਪਏ ਰਹੇ। ਕਹਿਣ ਲੱਗੇ ਮੰਝ ਗੁਰੂ ਕਾ ਬੋਝ ਥਾ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ, ਜਗ ਲੰਘਨ ਹਾਰਾ। ਜਗ ਤੇਰੇ ਨਾਲ ਜੁੜੇਗਾ ਤੇ ਲੰਘ ਜਾਏਗਾ। ਗੁਰੂ ਘਰ ਦੇ ਵਿੱਚ ਸਿੱਖਾਂ ਨੂੰ ਵਡਿਆਈ ਮਿਲਦੀ ਸੀ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਸਤਿਗੁਰੂ ਮਹਾਰਾਜ ਪਾਤਸ਼ਾਹ ਭਾਈ ਮਨੀ ਸਿੰਘ ਜੀ ਨੂੰ ਵਡਿਆਈ ਦਿੰਦੇ ਨੇ। ਗੁਰੂ ਹਰਿਰਾਏ ਸਾਹਿਬ ਕਹਿੰਦੇ ਨੇ, ਇਹ ਮਨੀਆਂ ਹੋਏ ਗੋ ਗੁਨੀਆਂ। ਸਤਿਗੁਰੂ ਮਹਾਰਾਜ ਗੁਰੂ ਘਰ ਦੇ ਵਿੱਚ ਵਡਿਆਈ ਦਿੰਦੇ ਨੇ, ਭਾਈ ਬਹਿਲੋਂ ਸਭ ਤੋਂ ਪਹਿਲੋਂ। ਸਤਿਗੁਰੂ ਮਹਾਰਾਜ ਪਾਤਸ਼ਾਹ ਵਡਿਆਈ ਦਿੰਦੇ ਨੇ, ਭਾਈ ਲੱਦਾ ਪਰ ਉਪਕਾਰੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਤੂੰ ਆਪਣੇ ਸੇਵਕਾਂ ਨੂੰ ਵਡਿਆਈ ਦਿੰਦਾ। ਫੇਰ ਦਿਆ ਦੁਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰਨਾ। ਅੱਜ ਵੀ ਉਹ ਓਂਡਾ ਨਗਰ ਆ ਨਾ ਜੀ, ਤੁਹਾਡੇ ਚੋਂ ਕਈਆਂ ਨੇ ਸ਼ਾਇਦ ਦੇਖਿਆ ਹੋਵੇਗਾ ਉਹ ਮੰਦਰ ਦਾ ਬਿਲਕੁਲ ਮੂੰਹ ਪਿਛਲੇ ਪਾਸੇ ਨੂੰ ਹੈ। ਮੂਰਤੀਆਂ ਘੁੰਮ ਗਈਆਂ ਸੀ। ਪੰਡੀਆਂ ਕੋ ਪਿਛਵਾਰਲਾ, ਪੰਡਤਾਂ ਨੂੰ ਪਿੱਠ ਦੇ ਕੇ ਨਾਮਦੇਵ ਜੀ ਨੂੰ ਮੁੱਖ ਲਾ ਲਿਆ ਉਸ ਪਾਸੇ ਨੂੰ, ਮੂਰਤੀਆਂ ਵੀ ਉਸ ਪਾਸੇ ਨੂੰ ਘੁੰਮ ਗਈਆਂ। ਅਸਲ 'ਚ ਵਿੱਚ ਮੂਰਤੀਆਂ ਨਹੀਂ ਕੱਲੀਆਂ ਘੁੰਮੀਆਂ, ਆਪਣੇ ਭਗਤ ਨੂੰ, ਆਪਣੇ ਸੇਵਕ ਨੂੰ ਪਰਮਾਤਮਾ ਨੇ ਵਡਿਆਈ ਬਖਸ਼ਿਸ਼ ਕੀਤੀ ਆ, ਔਰ ਉਹ ਵਡਿਆਈ ਜੁਗੋ ਜੁਗ ਟਾਲਿਆ। ਹੁਣ ਚੱਕੀਆਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦੀਆਂ ਆਪਣੇ ਆਪ ਚੱਲਦੀਆਂ ਨੇ, ਤੇ ਜਦੋਂ ਗੁਰੂ ਨਾਨਕ ਵਡਿਆਈ ਦਿੰਦਾ ਤੇ ਆਪਣੇ ਸੇਵਕਾਂ ਨੂੰ, ਆਪਣੇ ਸੰਤਾਂ ਨੂੰ ਵੀ ਇਹ ਵਡਿਆਈ ਦੇ ਦਿੰਦਾ ਹੈ। ਬਾਬਾ ਪ੍ਰੇਮ ਸਿੰਘ ਜੀ ਦੀ ਚੱਕੀ ਆਪਣੇ ਆਪ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਹ ਕੀ ਆ? ਇਹ ਹੈ ਨਾਮ ਦੀ ਵਡਿਆਈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ, ਆਪਣੇ ਸੇਵਕ ਨੂੰ ਤੂੰ ਵਡਿਆਈ ਦਿੰਦਾ ਹੈ। ਗੁਰਮਤਿ ਰਾਮ ਨਾਮ ਪਰਗਾਸੋ, ਸਦਾ ਰਹੋ ਸ਼ਰਨਾਈ। ਹੇ ਵਾਹਿਗੁਰੂ ਜੀ, ਉਹ ਕਿਰਪਾ ਕਰੋ। ਗੁਰਮਤਿ ਪ੍ਰਗਾਸੋ ਕਹਿੰਦੇ ਨੇ ਪ੍ਰਕਾਸ਼ ਹੋਣਾ। ਗੁਰਬਾਣੀ 'ਚ, ਗੁਰੂ ਗ੍ਰੰਥ ਸਾਹਿਬ 'ਚ ਪ੍ਰਕਾਸ਼ ਸ਼ਬਦ ਵਾਸਤੇ ਪ੍ਰਗਾਸ ਸ਼ਬਦ ਆਇਆ। ਜਦੋਂ ਇਸ ਪਾਸੇ ਨੂੰ ਜਾਓ, ਜੰਮੂ ਕਸ਼ਮੀਰ ਵਾਲੇ ਪਾਸੇ, ਉੱਥੇ ਕਹਿੰਦੇ ਨੇ ਜਦੋਂ ਦਿਨ ਚੜ੍ਹਦਾ ਹੈ, ਕਹਿੰਦੇ ਪ੍ਰਗਾਸ ਹੋ ਗਿਆ ਹੈ। ਪ੍ਰਗਾਸ ਦਾ ਮਤਲਬ ਜਦੋਂ ਸੂਰਜ ਅਜੇ ਚੜ੍ਹਿਆ ਨਹੀਂ ਤੇ ਉਹਦੀਆਂ ਕਿਰਨਾਂ
फैलनियाँ विछनियाँ संसार ਦੇ ਵਿੱਚ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ, ਰੋਸ਼ਨੀ ਹੋਣੀ ਸ਼ੁਰੂ ਹੋ ਜਾਂਦੀ ਹੈ। सतगुरु महाराज पातशाह कृपा करो, गुरमत राम नाम प्रगासो, गुरमत देवो, गुरु की मत देवो, परमात्मा के नाम रमे हुए राम का नाम अंदर प्रगट कर दो, अंदर प्रकाशमान कर दो। सदा रह हों शरनाई, सदा वास्ते मैं तुहाडी शरण दे विच रवां, एक आ कृपा भी करो। रहाओ विश्राम दे के सतगुरु महाराज कहते ने, ये संसार सब आवन जाना, मन मूर्ख चेत अजाना। गुरु रामदास महाराज पातशाह कहते ने, ये संसार जिहड़ा है ना, ये आउण वास्ते ते जाण वास्ते बनिया, ये तो परमात्मा की विध है, कुदरत है। जे पुराने पत्ते झड़नगे नहीं तो नवे पत्ते कित्थों आ जाणगे, जे पुराने शरीर खत्म नहीं होणगे तो नवे कित्थों आउणगे। ये पुनरुक्ति संसार दे विच हर पासे चली जाती है, पशुओं के भी चलती है, पंछियों भी चलती है, बनस्पति भी चलती है। वो पर रोंदे कुरलाउंदे नहीं, वो कहते ये कुदरती नियम है। इंसान इस कुदरती नियम के उल्ट भी जाना चाहता है, वो कहता नहीं ये क्यों हो गया, जे होना सी तो मेरे नाल क्यों हो गया। एक विद्वान शायर कहता है, कहता कोई सुबह जा रहा, कोई शाम को, दोपहर को भी किसी का चलान देखते हैं, जो आया इस जहाँ में वो रहने ना पाया, सभी कूच करते ये मियाँ देखते हैं। वो मियाँ जी शायर सी, उन्हें लिखा, कहते जेड़ा आया वो चले जरूर गया इथों, राम गयो रावण गयो जाको बहु परिवार। ना तो जेड़ा उस समय का अवतार है राम जी, वो भी चले गए, राम गयो। तो कहते जेड़ा उनके विरुद्ध लड़ता पाया सी रावण गयो, वो भी चले गया। जाको बहु परिवार, हुण परिवार भी राम का बहुत वड्डा है। गुरबाणी इस गल का जिक्र करती है, 1 लख पूत 1.25 लख नाती, तह रावण घर दिया न बाती। लखां पुत पोतरे सन, इन्ना वड्डा परिवार, पर कहते सारा ही चले गया, कोई भी नहीं रहा। सो सतगुरु महाराज पातशाह कहते, हे मेरे मूर्ख मना, हे अनजान मूर्ख मन, इस गल नूं तू समझना कर। सतगुरु महाराज पातशाह कहते, यह संसार सब आवन जाना, जो आया सो जाए सी। सतगुरु महाराज पातशाह कहते ने, राना राओ ना को रहे रंग ना तुम फकीर। वैसे सतगुरु महाराज कहते धर्म की खेड पता कित्थों आरंभ होंदी है, कहते जिस दिन तू ये गल प्रवान कर ले कि मैं मर जाना है, जे अजे तक ये सोचता है कि मैं बहुत जीना है, बहुत जीना है, बहुत उम्र पई है, फिर कहते तू अजे धर्म के रस्ते ते नहीं चल सकता। विखावा जरूर कर सकता है कि मैं धर्मी हाँ, पर जे ये मनण नूं तैयार नहीं कि मैं मरना है, फिर कहते धर्मी तो कोई नहीं, अजे तेरे अंदर जीवन की इच्छा बाकी है। सतगुरु कहते ने, पहला मरण कबूल, जीवन की छड़ आस। जे आसा जिउंदियां पईयां ने, फिर धर्म के रस्ते ते कोई नहीं चलता। आसा ही असल दे विच सतगुरु महाराज कहते ने, आसा जन्म ते मरण का ना एक बंधन बन जांदियां, एक रस्सी का काम करदियां। जिन्नियां आसा जिउंदियां होणगियां वो दोबारा जन्म करा देंदियां। बंदा ज्यों ज्यों जिउंदा है, एक शायर कहते बहादुर शाह जी ने कहा, बहादुर शाह जफर कहते कि बहुत सारिया इच्छा सी मन दे विच, बहुत सारे मन दे विच ख्याल प्रगट होए, आ भी मिल जाए, बहुत निकले पर बहुत कम निकले, बहुत पूरे भी हो गए, बहुत अधूरे भी रह गए। जे इच्छा पूरी हो जाए तो बंदा खुश होंदा, जे अधूरी रह जाए तो निराश हो जाता है, दुखी हो जाता है। फिर एक इच्छा जिस दिन पूरी हो जाती है, 100 इच्छा नूं होर नूं जन्म दे देंदी है। तो 100 इच्छा जिहड़ी है, जिन्नी देर तक 100 पूरी होनी, उन्नी देर तक हज़ारां नूं जन्म दे देनी। तो बंदे के साह किन्ने हुंदे ने, जिन्नी देर बंदे दी इच्छा पूरी होंदियां ने, उन्नी देर नूं बंदा पूरा हो जाता है। वैसे पूरा शब्द भी तो असीं हरेक दे वास्ते वरतदे ने। सतगुरु महाराज कहते पूरा कोई नहीं हुंदा इत्थे, पूरा वो हो सकता जिहड़ा नाम जपिया जिन्ने। पूरे का किया सब किश पूरा, जिहड़ा पूरन दे नाल जुड़ गया। बंदा सारी उम्र अधूरा रहिंदा है, सारी उम्र पाप करता है, सारी उम्र चुगली करता है, झूठ मारता है, लुटता रहिंदा है। मरण तो बाद फिर कहना पैंदा जी फलाना पूरा हो गया, फलाना। अकाल चलाना शब्द भी वैसे हरेक दे वास्ते असीं वरतदे, हरेक दे वास्ते किवें वरत सकदे। अकाल कहंदे ने अकाल मूरख, अकाल पुरख।
ਕਹਿੰਦੇ ਜਿਹੜਾ ਅਕਾਲ, ਜਿੱਥੇ ਸਮਾਂ ਮੁੱਕ ਜਾਂਦਾ ਹੈ, ਜਿੱਥੇ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਜਿੱਥੇ ਕਾਲ ਦਾ ਡਰ ਖਤਮ ਹੋ ਜਾਂਦਾ ਹੈ, ਉਹਨੂੰ ਕਹਿੰਦੇ ਨੇ ਅਕਾਲ। ਤੇ ਅਸੀਂ ਕਹਿੰਦੇ ਅਕਾਲ ਚਲਾਣਾ ਹੋ ਗਿਆ, ਅਕਾਲ ਦੇ ਘਰ ਦੇ ਵਿੱਚ ਚਲਾਣਾ। ਗੁਰਮਤਿ ਦੇ ਸ਼ਬਦ ਵੈਸੇ ਬਹੁਤ ਸੋਹਣੇ ਸਤਿਗੁਰੂ ਮਹਾਰਾਜ ਨੇ ਸਾਨੂੰ ਦਿੱਤੇ ਨੇ। ਅਕਾਲ ਚਲਾਣਾ, ਅਕਾਲ ਦੇ ਘਰ 'ਚ ਚਲੇ ਗਿਆ, ਸੱਚਖੰਡ ਵਾਸੀ ਹੋ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਹੇ ਮਨ ਮੂਰਖ, ਤੂੰ ਇਸ ਗੱਲ ਨੂੰ ਸਮਝ, ਕਿਉਂ ਤੂੰ ਰੱਬ ਨੂੰ ਯਾਦ ਨਹੀਂ ਕਰਦਾ? ਇਹ ਸੰਸਾਰ ਤੇ ਆਉਣ ਜਾਣ ਦੇ ਵਿੱਚ ਲੱਗਿਆ ਹੈ। ਹਰ ਜੀਓ ਕਿਰਪਾ ਕਰੋ, ਗੁਰ ਮਿਲੋ ਤਾਂ ਹਰ ਨਾਮ ਸਮਾਨਾ। ਹੇ ਵਾਹਿਗੁਰੂ ਪਰਮਾਤਮਾ ਜੀਓ, ਤੁਸੀਂ ਕਿਰਪਾ ਕਰੋ, ਸਾਡਾ ਮਿਲਾਪ ਗੁਰੂ ਦੇ ਨਾਲ ਕਰਾ ਦਿਓ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰੂ ਤੋਂ ਬਗੈਰ ਸਿੱਧਾ ਰੱਬ ਨਾਲ ਨਹੀਂ ਜੁੜਿਆ ਜਾ ਸਕਦਾ। ਦਰਵਾਜ਼ੇ ਤੋਂ ਬਗੈਰ ਘਰ ਦੇ ਵਿੱਚ ਜਾਇਆ ਹੀ ਨਹੀਂ ਜਾ ਸਕਦਾ। ਗੁਰੂ ਕੀ ਹੈ? ਸਤਿਗੁਰੂ ਕਹਿੰਦੇ ਨੇ ਗੁਰ ਦਰਵਾਜ਼ਾ ਹੈ। ਗੁਰੂ ਤੋਂ ਬਗੈਰ, ਦਰਵਾਜ਼ੇ ਤੋਂ ਬਗੈਰ ਘਰੇ ਨਹੀਂ ਆਇਆ ਜਾ ਸਕਦਾ, ਅੰਦਰ ਨਹੀਂ ਆਇਆ ਜਾ ਸਕਦਾ। ਤੇ ਗੁਰੂ ਤੋਂ ਬਗੈਰ ਰੱਬ ਦੇ ਨਾਲ ਨਹੀਂ ਮਿਲਾਪ ਹੋ ਸਕਦਾ। ਗੁਰਦੁਆਰੇ ਹੋਏ ਸੋਝੀ ਪਾਏ ਸੀ, ਕਿਰਪਾ ਕਰੋ ਗੁਰ ਮਿਲੋ, ਗੁਰੂ ਦੇ ਨਾਲ ਮਿਲਾਪ ਕਰਾ ਦਿਓ ਤਾਂ ਹਰ ਨਾਮ ਸਮਾਨਾ। ਫਿਰ ਮੈਂ ਨਾਮ ਦੇ ਵਿੱਚ ਸਮਾ ਜਾਵਾਂ, ਲੀਨ ਹੋ ਜਾਵਾਂ। ਜਿਸ ਦੀ ਵੱਥ ਸੋਈ ਪ੍ਰਭ ਜਾਣੇ, ਜਿਸ ਨੂੰ ਦੇ ਸੁਪਾਏ। ਇਹ ਵੱਥ ਜਿਹੜੀ ਆ ਨਾ, ਇਹ ਵਸਤੂ ਜਿਹੜੀ ਆ, ਇਹ ਦਾਤਾਂ ਜਿਹੜੀਆਂ ਨੇ, ਇਹ ਪਰਮਾਤਮਾ ਦੀ ਮਲਕੀਅਤ ਆ, ਉਹਦਾ ਹੀ ਆਪਣਾਪਨ ਹੈ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਜਿਸ ਨੂੰ ਦੇ ਸੁਪਾਏ। ਇਹ ਕਿਸੇ ਦੇ ਕਹਿਣ 'ਤੇ ਕਿਸੇ ਨੂੰ ਰੱਬ ਦਿੰਦਾ ਵੀ ਨਹੀਂ। ਜਿਹੜਾ ਚੰਗਾ ਲੱਗਦਾ ਹੈ ਉਹਨੂੰ ਇਹ ਦਾਤ ਦੇ ਦਿੰਦਾ ਹੈ। ਵਸਤ ਅਨੂਪਤ ਅਗੰਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਇਹ ਵਸਤ ਅਨੂਪ ਹੈ, ਜਿਸ ਦੀ ਉਪਮਾ ਨਹੀਂ ਕਹੀ ਜਾ ਸਕਦੀ। ਅਤ ਅਗੰਮ ਅਗੋਚਰ, ਜਿਹਨੂੰ ਗੰਮਿਆ ਜਿੱਥੋਂ ਤੱਕ ਪਹੁੰਚ ਨਹੀਂ ਹੋ ਸਕਦੀ। ਅਗੋਚਰ, ਜਿੱਥੋਂ ਤੱਕ ਸਾਡੇ ਅੱਖਾਂ, ਦੇਖੋ ਸੰਸਾਰ ਦੇ ਵਿੱਚ ਅੱਖਾਂ ਦੇਖ ਸਕਦੀਆਂ, ਕਿੰਨੀ ਕੁ ਦੂਰੀ ਤੱਕ ਦੇਖ ਸਕਣਗੀਆਂ। ਇੰਦਰੀਆਂ ਦੀ ਪਹੁੰਚ ਹੁੰਦੀ ਹੈ, ਕੰਨਾਂ ਦੀ, ਸਰਵਣਨ ਦੀ ਵੀ ਪਹੁੰਚ ਹੈ ਕਿ ਕਿੰਨੀ ਕੁ ਦੂਰੋਂ ਆਵਾਜ਼ ਸੁਣ ਸਕਦੇ ਆ। ਅਲਖ ਲਖਾਏ। ਸਤਿਗੁਰੂ ਮਹਾਰਾਜ ਕਹਿੰਦੇ ਉਹ ਅਨੂਪ ਜਿਹਦੀ ਉਪਮਾ ਨਹੀਂ ਕਹੀ ਜਾ ਸਕਦੀ, ਉਹ ਅਗੋਚਰ ਜਿਹਨੂੰ ਗੋਚਰ, ਜਿਹਨੂੰ ਪਹੁੰਚਿਆ ਨਹੀਂ ਜਾ ਸਕਦਾ, ਜਿਹਨੂੰ ਦੇਖਿਆ ਨਹੀਂ ਜਾ ਸਕਦਾ। ਪਰ ਜੇਕਰ ਗੁਰੂ ਕਿਰਪਾ ਕਰਦੇ, ਗੁਰ ਪੂਰਾ ਅਲਖ ਲਖਾਏ, ਜਿਹਨੂੰ ਵੇਖਿਆ ਨਹੀਂ ਜਾ ਸਕਦਾ ਉਹਨੂੰ ਦਿਖਾ ਦਿੰਦਾ ਹੈ। ਪਰਮਾਤਮਾ ਜਿਸ ਨੂੰ ਕਹਿੰਦੇ ਨਾ ਦੇਖ ਨਹੀਂ ਸਕਦੇ, ਕਹਿੰਦੇ ਗੁਰੂ ਕਿਰਪਾ ਵਿੱਚ ਕਰੇ ਤਾਂ ਕਹਿੰਦੇ ਉਸ ਨਾ ਦਿਸਣ ਵਾਲੇ ਨੂੰ ਵੀ ਦੇਖ ਸਕਦੇ ਆ। ਜਿਨ ਇਹ ਚਾਖੀ ਸੋਈ ਜਾਣੇ, ਗੂੰਗੇ ਕੀ ਮਠਿਆਈ। ਹੁਣ ਇਹ ਅੱਗੇ ਸਤਿਗੁਰੂ ਮਹਾਰਾਜ ਉਦਾਹਰਨ ਦਿੰਦੇ ਆ, ਕਹਿੰਦੇ ਨਾਮ ਜਪਣ ਵਾਲੇ ਦਾ ਸਵਾਦ ਜਿਹੜਾ ਹੁੰਦਾ ਹੈ ਨਾ, ਕਿ ਨਾਮ ਦੇ ਵਿੱਚ ਜਿਹੜਾ ਰਸ ਆਉਂਦਾ ਹੈ, ਕਹਿੰਦੇ ਉਹ ਇਵੇਂ ਦਾ ਜਿਵੇਂ ਗੂੰਗੇ ਨੇ ਮਠਿਆਈ ਖਾਧੀ ਹੋਵੇ। ਹੁਣ ਗੂੰਗੇ ਨੂੰ ਸਵਾਦ ਜ਼ਰੂਰ ਆਉਂਦਾ ਹੈ ਉਸ ਚੀਜ਼ ਦਾ, ਪਰ ਉਹ ਸਵਾਦ ਦੱਸ ਨਹੀਂ ਸਕਦਾ ਕਿ ਇਹ ਕਿੱਦਾਂ ਦਾ ਸਵਾਦ ਸੀ। ਮਹਿਸੂਸ ਉਹ ਕਰਦਾ ਹੈ, ਅੰਦਰ ਉਹਨੂੰ ਰਸ ਜ਼ਰੂਰ ਆਉਂਦਾ ਹੈ। ਅਸਲ ਦੇ ਵਿੱਚ ਨਾਮ ਇੱਕ ਐਸੀ ਅਵਸਥਾ ਹੁੰਦੀ ਹੈ, ਜੋ ਨਾਮ ਜਪੋਗੇ ਜਿਹੜਾ ਰਸ ਅੰਦਰ ਪੈਦਾ ਹੁੰਦਾ ਹੈ ਉਹਨੂੰ ਬਾਹਰ ਨਹੀਂ ਦੱਸਿਆ ਜਾ ਸਕਦਾ। ਇਹ ਗੂੰਗੇ ਦੀ ਖਾਧੀ ਹੋਈ ਮਠਿਆਈ ਦੇ ਵਾਂਗ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੇ ਲੁਕਾਈ। ਕੋਈ ਪਹਾੜਾਂ ਦੀ ਚੋਟੀ ਦੇ ਉੱਪਰ ਵੀ ਜਾ ਕੇ ਚੜੇ ਜਾਵੇ, ਕੋਈ ਪਤਾਲ ਦੇ ਵਿੱਚ ਵੀ ਟੋਏ ਪੁੱਟ ਕੇ ਤੇ ਵਿੱਚ ਜਾ ਕੇ ਬੈਠ ਜੇ, ਤੇ ਦਰਵਾਜ਼ੇ ਭਾਵੇਂ 100 ਬੰਦ ਕਰ ਦੇ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਦਾ ਰਤਨ ਹੁੰਦਾ ਹੈ, ਇਹ ਲੁਕਾਇਆ ਵੀ ਲੁਕ ਨਹੀਂ ਸਕਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬਾਣੀਆਂ ਹੱਟੀ ਜਦੋਂ ਕਰਦਾ ਹੈ ਤੇ ਗੁੜ ਵਾਲਾ ਜਿਹੜਾ ਪੀਪਾ ਹੈ ਨਾ, ਭਾਂਡਾ, ਉਹਨੂੰ ਉੱਚੀ ਥਾਂ ਤੇ ਰੱਖ ਦਿੰਦਾ ਹੈ, ਢੱਕਣ ਚੰਗੀ ਤਰ੍ਹਾਂ ਲਾ ਦਿੰਦਾ ਹੈ। ਕਹਿੰਦੇ ਉਹਨੂੰ ਕੀੜੀਆਂ ਨੂੰ ਕਿਹੜਾ ਕੋਈ ਚਿੱਠੀ ਭੇਜਦਾ ਕਿ ਮਿੱਠਾ ਉੱਥੇ ਪਿਆ, ਕਹਿੰਦੇ ਉਹ ਉੱਥੇ ਹੀ ਪਹੁੰਚ ਜਾਂਦੀਆਂ ਨੇ ਜਿੱਥੇ ਮਿੱਠਾ ਪਹੁੰਚਿਆ ਹੋਵੇ। ਕਹਿੰਦੇ ਨਾਮ ਜਪਣ ਵਾਲੇ ਦੇ ਅੰਦਰ ਜਿਹੜਾ ਰੱਬ ਦਾ ਰਤਨ ਜਿਸ ਵੇਲੇ ਪ੍ਰਗਟ ਹੁੰਦਾ ਹੈ, ਉਹ ਹੁਣ ਆਪਣੇ ਆਪ ਨੂੰ ਬਥੇਰਾ ਲੁਕਾ ਕੇ ਰੱਖਦੇ। ਕਈ ਐਸੇ ਮਹਾਂਪੁਰਸ਼ ਵੀ ਹੋਏ ਨੇ ਜਿਨ੍ਹਾਂ ਦੇ ਅੰਦਰ ਨਾਮ ਦੀ ਜਦੋਂ ਕਿਰਪਾ ਆਈ, ਉਹ ਪਹਾੜਾਂ ਦੀ ਕੰਦਲਾਂ ਤੇ ਜਾ ਕੇ ਬੈਠ ਕੇ ਕੋਈ ਸਾਨੂੰ ਮਿਲੇ ਹੀ ਨਾ, ਗੁਪਤ ਰਹੀਏ। ਭਾਈ ਵੀਰ ਸਿੰਘ ਹੋਣੀ, ਜਿਸ ਦਿਨ ਉਹਨਾਂ ਨੂੰ ਪਦਮ ਭੂਸ਼ਣ ਦਿੱਤਾ ਗਿਆ ਸੀ, ਉਹਨਾਂ ਨੂੰ ਸਟੇਜ 'ਤੇ ਫਿਰ ਧੰਨਵਾਦ ਵਾਸਤੇ 4 ਸ਼ਬਦ ਬੋਲਣ ਵਾਸਤੇ ਕਹਿ ਦਿੱਤਾ। ਅੱਖਾਂ ਦੇ ਵਿੱਚੋਂ ਪਾਣੀ ਵਗਦਾ ਪਿਆ ਸੀ, ਅੱਖਾਂ ਦੇ ਵਿੱਚੋਂ ਰੋਂਦੇ ਪਏ ਸੀ, ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ, ਕਹਿੰਦੇ ਮੈਂ ਚਾਹੁੰਦਾ ਸੀ ਕਿ ਮੈਂ ਛੁਪਿਆ ਹੋਇਆ ਇਸ ਸੰਸਾਰ ਤੋਂ ਚਲੇ ਜਾਂ, ਪਰ ਕਹਿੰਦੇ ਇਹ ਛੁਪਣ ਨਹੀਂ ਦਿੰਦਾ, ਸਗੋਂ ਹੋਰ ਪ੍ਰਗਟ ਕਰ ਦਿੱਤਾ। ਨਾਮ ਜਪਣ ਵਾਲਾ ਲੁਕਣਾ ਜਿੰਨਾ ਮਰਜ਼ੀ ਚਾਹੇ, ਜਿਉਂ-ਜਿਉਂ ਲੁਕੇਗਾ ਤਿਉਂ-ਤਿਉਂ ਵਾਹਿਗੁਰੂ ਉਹਨੂੰ ਪ੍ਰਗਟ ਕਰ ਦੇਗਾ। ਰਤਨ ਲੁਕਾਇਆ ਲੁਕੇ ਨਾਹੀ, ਜੇ ਕੋ ਰੱਖੇ ਲੁਕਾਈ। ਸਭ ਕੁਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਇਹ ਸਾਰਾ ਕੁਛ ਤੇਰਾ ਹੈ, ਤੂੰ ਅੰਦਰ ਦੀਆਂ ਜਾਣਨ ਵਾਲਾ, ਅੰਤਰਜਾਮੀ ਮਨ ਦੀਆਂ ਜਾਣਦਾ ਹੈ। ਤੂੰ ਸਭਨਾ ਕਾ ਪ੍ਰਭ ਸੋਈ, ਤੇ ਸਾਰਿਆਂ ਦੀ ਸੰਭਾਲਣਾ, ਸਾਰਿਆਂ ਦੀ ਪਾਲਣਾ ਤੂੰ ਆਪ ਕਰਦਾ ਹੈ। ਜਿਸ ਨੂੰ ਦਾਤ ਕਰਹੇ ਸੋ ਪਾਏ,
ਜਨ ਨਾਨਕ ਅਵਰ ਨਾ ਕੋਈ, ਜਿਸ ਦੇ ਉੱਤੇ ਤੂੰ ਕਿਰਪਾ ਕਰਕੇ ਫਿਰ ਦਾਤ ਦੇ ਦੇਣਾ, ਉਹਨੂੰ ਇਹ ਦਾਤ ਪ੍ਰਾਪਤ ਹੁੰਦੀ, ਨਾਮ ਉਸ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਦੇ ਤੋਂ ਬਗੈਰ ਜਨ ਨਾਨਕ ਅਵਰ ਨਾ ਕੋਈ, ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਐਸਾ ਨਹੀਂ ਜਿਹੜਾ ਇਹ ਕਿਰਪਾ ਕਰਦੇ। ਗੁਰੂ ਦੇ ਰਾਹੀਂ ਇਹ ਕਿਰਪਾ ਹੁੰਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ, ਨਾਮ ਜਪੀਏ ਜੀਵਨ ਸਫਲਾ ਹੋ ਜਾਏ, ਉਸ ਅਵਸਥਾ ਤੇ ਪਹੁੰਚ ਸਕੀਏ ਜਿਸ ਨੂੰ ਅਚਰ ਅਵਸਥਾ ਕਿਹਾ।